ਸਤਿ ਸ਼੍ਰੀ ਅਕਾਲ ਜੀ। ਮੈਂ ਤਨਵੀਰ ਕੌਰ, ਅਸਿਸਟੈਂਟ ਪ੍ਰੋਫੈਸਰ ਪੰਜਾਬੀ ਐਟ ਬਾਬਾ ਮੋਹਨੀ ਜੀ ਗਰੁੱਪ ਆਫ ਕਾਲਜਿਸ, ਲਹਿਰਾ ਮੁਹੱਬਤ, ਬਠਿੰਡਾ। ਅੱਜ ਮੇਰਾ ਟੀਚਿੰਗ ਆਫ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਉਪ ਵਿਸ਼ਾ ਸੂਖਮ ਅਧਿਆਪਨ, ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸੂਖਮ ਅਧਿਆਪਨ ਕੀ ਹੈ, ਇਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਇਸ ਦੇ ਕੀ ਗੁਣ ਜਾਂ ਦੋਸ਼ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਅੱਜ ਦੀ ਅਜੋਕੀ ਸਿੱਖਿਆ ਤਕਨੀਕ ਨੇ ਅਧਿਆਪਨ ਸਿਖਲਾਈ ਦੇ ਕਈ ਨਵੇਂ ਢੰਗ ਨੇ ਜਿਹੜੇ ਉਹ ਇਜਾਦ ਕੀਤੇ ਹੋਏ ਆ, ਜਿਨ੍ਹਾਂ ਵਿੱਚ ਅਧਿਆਪਨ ਕੌਸ਼ਲ ਦਾ ਵਿਸ਼ਲੇਸ਼ਣ ਕਰਕੇ ਅਧਿਆਪਕ ਵਿੱਚ ਅਧਿਆਪਨ ਕੌਸ਼ਲਾਂ ਦਾ ਵਿਕਾਸ ਹੈ ਜਿਹੜਾ ਉਹ ਕੀਤਾ ਜਾਂਦਾ ਹੈ। ਇਹਨਾਂ ਨੇ ਅਧਿਆਪਨ ਨੂੰ ਇੱਕ ਕਲਾ ਨਹੀਂ ਸਗੋਂ ਵਿਗਿਆਨ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਅਜਿਹੀ ਇੱਕ ਨਵੀਂ ਤਕਨੀਕ ਸੂਖਮ ਅਧਿਆਪਨ ਨੂੰ ਸਿੱਖਿਆ ਕਾਲਜਾਂ ਵਿੱਚ ਲਾਗੂ ਕੀਤਾ ਗਿਆ, ਜਿਸ ਵਿੱਚ ਅਧਿਆਪਕ ਨੂੰ ਵਿਸ਼ੇਸ਼ ਢੰਗ ਦੁਆਰਾ ਅਧਿਆਪਨ ਕੌਸ਼ਲਾਂ ਵਿੱਚ ਨਿਪੁੰਨ ਕਰਨ ਦੀ ਲਈ ਸਿਖਲਾਈ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਸਿੱਖਿਆ ਕਾਲਜਾਂ ਵਿੱਚ ਇਸ ਤਕਨੀਕ ਨੂੰ ਨਿਪੁੰਨ ਅਤੇ ਪ੍ਰਭਾਵਸ਼ਾਲੀ ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਤਿਆਰ ਕਰਨ ਲਈ ਇੱਕ ਸਾਧਨ ਦੇ ਰੂਪ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵਰਤਿਆ ਜਾ ਰਿਹਾ ਹੈ। ਇਹ ਤਕਨੀਕ ਸਿੱਖਿਆ ਦੇ ਸਿਧਾਂਤਿਕ ਪੱਖ ਉੱਤੇ ਜ਼ੋਰ ਨਾ ਦੇ ਕੇ ਇਹਦੇ ਸਿਰਫ ਵਿਵਹਾਰਿਕ ਪੱਖ ਦੇ ਉੱਪਰ ਹੀ ਜ਼ੋਰ ਦਿੰਦੀ ਹੈ। ਇਹ ਤਕਨੀਕ ਅਧਿਆਪਕ ਸਿਖਲਾਈ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਕਿ ਸੂਖਮ ਅਧਿਆਪਨ ਜਿਹੜਾ ਹੈ, ਇਸ ਦਾ ਜਿਹੜਾ ਸ਼ਾਬਦਿਕ ਅਰਥ ਕੀ ਨਿਕਲਦਾ ਹੈ। ਸੂਖਮ ਅਧਿਆਪਨ ਅੰਗਰੇਜ਼ੀ ਦੇ ਦੋ ਸ਼ਬਦਾਂ ਮਾਈਕਰੋ ਅਤੇ ਟੀਚਿੰਗ ਦਾ ਪੰਜਾਬੀ ਅਨੁਵਾਦ ਹੈ, ਜਿਸ ਦੇ ਵਿੱਚ ਮਾਈਕਰੋ ਦਾ ਅਰਥ ਹੈ ਛੋਟਾ, ਅਰਥਾਤ ਛੋਟੇ ਪੱਧਰ ਦਾ ਕਾਰਜ, ਅਤੇ ਟੀਚਿੰਗ ਦਾ ਅਰਥ ਹੈ ਅਧਿਆਪਨ। ਦੋਵਾਂ ਸ਼ਬਦਾਂ ਨੂੰ ਮਿਲਾ ਕੇ ਕੀ ਅਰਥ ਬਣਦਾ ਹੈ? ਅਧਿਆਪਨ ਕਾਰਜ ਨੂੰ ਛੋਟੀ ਪੱਧਰ 'ਤੇ ਕਰਨਾ, ਜਿਹਦੇ ਵਿੱਚ ਇੱਕ ਅਧਿਆਪਕ ਹੈ ਜਿਹੜਾ ਉਹ ਛੋਟੀ ਪੱਧਰ ਦੇ ਉੱਪਰ ਆਪਣਾ ਅਧਿਆਪਨ ਦਾ ਕਾਰਜ ਕਰਦਾ ਹੈ। ਉਸ ਤੋਂ ਬਾਅਦ ਆਉਂਦਾ ਜੀ ਇਸ ਦਾ ਜਨਮ, ਕਿ ਸੂਖਮ ਅਧਿਆਪਨ ਦੀ ਤਕਨੀਕ ਹੈ ਜਿਹੜੀ ਉਹ ਕਦੋਂ ਸ਼ੁਰੂ ਹੋਈ, ਕਿਸ ਨੇ ਸ਼ੁਰੂ ਕੀਤੀ, ਜਿਸ ਦੇ ਵਿੱਚ ਅਧਿਆਪਕ ਸਿੱਖਿਆ ਦੀ ਇਸ ਤਕਨੀਕ ਦਾ ਜਨਮ 1960 ਵਿੱਚ ਦੇ ਦਹਾਕੇ ਵਿੱਚ ਹੋਇਆ। ਸੰਨ 1961-63 ਵਿੱਚ ਸਟੈਨਫੋਰਡ ਅਮਰੀਕਾ ਯੂਨੀਵਰਸਿਟੀ ਵਿੱਚ ਐਲਨ ਰਾਬਰਟ ਬੁਸ਼ ਅਤੇ ਉਹਨਾਂ ਦੇ ਖੋਜਕਰਤਾ ਵਿਦਿਆਰਥੀਆਂ ਨੇ ਇਸ ਸਿੱਖਿਆ ਤਕਨੀਕ ਦਾ ਵਿਕਾਸ ਕੀਤਾ ਸੀ। ਡਾਕਟਰ ਡੀ ਐਲਨ ਨੇ ਅਧਿਆਪਕ ਵਿਵਹਾਰ ਦੇ ਵਿਸ਼ਲੇਸ਼ਣ ਪਿੱਛੋਂ ਸਿੱਖਿਆ ਕਾਰਜ ਨੂੰ ਭਿੰਨ ਛੋਟੀਆਂ ਇਕਾਈਆਂ ਵਿੱਚ ਵੰਡ ਦਿੱਤਾ। ਇਹਨਾਂ ਇਕਾਈਆਂ ਨੂੰ ਕੌਸ਼ਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸੂਖਮ ਅਧਿਆਪਨ ਸਿਖਲਾਈ ਦੀ ਇਹ ਤਕਨੀਕ, ਜਿਸ ਵਿੱਚ ਅਧਿਆਪਕ ਨੂੰ ਛੋਟੇ ਵਿਵਹਾਰਾਂ ਵਿੱਚ ਨਿਪੁੰਨਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿੱਚ ਸਿਖਾਉਣ ਸਮੱਗਰੀ ਜਾਂ ਵਿਸ਼ਾ ਵਸਤੂ, ਪੜ੍ਹਨ ਦਾ ਸਮਾਂ ਅਤੇ ਵਿਦਿਆਰਥੀਆਂ ਦੀ ਸੰਖਿਆ ਨੂੰ ਘੱਟ ਕਰ ਦਿੱਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਕਿ ਪਾਠ ਦਾ ਸਮਾਂ 5 ਤੋਂ 7 ਮਿੰਟ ਨਿਸ਼ਚਿਤ ਹੁੰਦਾ ਹੈ। ਇਸ ਸਮੇਂ ਵਿੱਚ ਸਿਰਫ ਇੱਕ ਸਿੱਖਿਆ ਕੌਸ਼ਲ ਦੀ ਸਿਖਲਾਈ ਪ੍ਰਦਾਨ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤਾਂ ਇਸ ਦੇ ਵਿੱਚ ਕੀ ਹੈ ਕਿ ਇੱਕ ਅਧਿਆਪਕ ਹੈ ਜਿਹੜਾ ਉਹ ਆਪਣੇ ਇੱਕ ਸਿੱਖਿਆ ਵਿਧੀ ਨੂੰ ਜਾਂ ਇੱਕ ਸਿੱਖਿਆ ਕੌਸ਼ਲ ਨੂੰ ਅਪਣਾ ਕੇ ਹੀ ਜਿਹੜਾ ਆਪਣਾ ਵਿਸ਼ਾ ਜਾਂ ਪਾਠ ਸਮੱਗਰੀ ਹੈ ਉਹਨੂੰ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਦਾ ਹੈ। ਤਾਂ ਇਸ ਦੁਆਰਾ ਵਿਵਹਾਰ ਹੈ ਜਿਹੜੇ ਉਸ ਨੂੰ ਬਾਰ-ਬਾਰ ਸੋਧਿਆ ਜਾਂਦਾ ਹੈ, ਫਿਰ ਦੁਬਾਰਾ ਪੜ੍ਹਾਇਆ ਜਾਂਦਾ ਹੈ। ਪਾਠ ਵਸਤੂ 'ਤੇ ਵਧੇਰੇ ਜ਼ੋਰ ਹੈ ਜਿਹੜਾ ਇਹਦੇ ਵਿੱਚ ਨਹੀਂ ਦਿੱਤਾ ਜਾਂਦਾ। ਅਧਿਆਪਕ ਦੇ ਵਿਵਹਾਰ ਅਤੇ ਕੌਸ਼ਲ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸ਼੍ਰੇਣੀ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਹੈ ਜਿਹੜੀ ਉਹ 5 ਤੋਂ 10 ਤੱਕ ਹੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੂਖਮ ਅਧਿਆਪਨ ਜਿਹੜਾ ਹੈ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੋਈ ਵਿਧੀ ਨਹੀਂ ਹੈ। ਇਹ ਵਿਦਿਆਰਥੀ ਅਧਿਆਪਕ ਨੂੰ ਸਿਖਲਾਈ ਦੇਣ ਦਾ ਇੱਕ ਮਾਡਲ ਹੈ, ਜਿਸ ਦਾ ਪ੍ਰਮੁੱਖ ਉਦੇਸ਼ ਕੀ ਹੈ? ਅਧਿਆਪਕ ਵਿੱਚ ਸਿੱਖਿਆ ਦੀਆਂ ਕੁਸ਼ਲਤਾਵਾਂ ਉਤਪੰਨ ਕਰਨਾ। ਤਾਂ ਜਦੋਂ ਇੱਕ ਵਿਦਿਆਰਥੀ ਹੈ ਜਿਹੜਾ ਉਹ ਸਿੱਖਿਆ ਅਧਿਆਪਨ ਦੀਆਂ ਜਿਹੜੀਆਂ ਯੋਗਤਾਵਾਂ ਹਾਸਿਲ ਕਰ ਰਿਹਾ ਹੈ, ਤਾਂ ਉਸ ਦੇ ਵਿੱਚ ਸੂਖਮ ਅਧਿਆਪਨ ਦੀ ਵਿਧੀ ਅਪਣਾ ਕੇ ਵਿਦਿਆਰਥੀਆਂ ਨੇ ਕਿਸ ਤਰ੍ਹਾਂ ਆਪਣੇ ਵਿਦਿਆਰਥੀਆਂ ਤੱਕ ਆਪਣਾ ਵਿਸ਼ਾ ਪਹੁੰਚਾਉਣਾ ਹੈ, ਆਪਣਾ ਟੌਪਿਕ ਪਹੁੰਚਾਉਣਾ ਹੈ ਜਾਂ ਆਪਣੀ ਸਿੱਖਿਆ ਪਹੁੰਚਾਉਣੀ ਹੈ, ਇਹ ਇਸ ਤਕਨੀਕ ਦੁਆਰਾ ਸਿੱਧ ਕੀਤਾ ਜਾਂਦਾ ਹੈ। ਜੇਕਰ ਕੋਈ ਅਧਿਆਪਕ ਅਧਿਆਪਨ ਦੇ ਹਰੇਕ ਪੱਖ ਦੀ ਡੂੰਘਾਈ ਵਿੱਚ ਚਲਾ ਜਾਵੇ ਅਤੇ ਕੁਸ਼ਲਤਾ ਅਰਜਿਤ ਕਰ ਲਵੇ, ਕੁਸ਼ਲਤਾ ਅਰਜਿਤ ਮਤਲਬ ਕੁਸ਼ਲਤਾ ਹਾਸਲ ਕਰ ਲੈਂਦਾ ਹੈ, ਤਾਂ ਫਿਰ ਅਸੀਂ ਇਸ ਨੂੰ ਸੂਖਮ ਅਧਿਆਪਨ ਹੈ ਜਿਹੜਾ ਉਸ ਦਾ ਨਾਮ ਦੇ ਸਕਦੇ ਹਾਂ। ਉਸ ਤੋਂ ਬਾਅਦ ਇਸ ਦੀ ਪਰਿਭਾਸ਼ਾ, ਵੱਖ ਵਿਗਿਆਨੀ ਜਾਂ ਸਿੱਖਿਆ ਸ਼ਾਸਤਰੀਆਂ ਜਾਂ ਵਿਦਵਾਨਾਂ ਨੇ ਇਸ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਨੇ, ਜਿਸ ਦੇ ਵਿੱਚ ਕਲਿਫ ਅਤੇ ਉਸਦੇ ਸਾਥੀਆਂ ਅਨੁਸਾਰ ਸੂਖਮ ਅਧਿਆਪਨ ਅਧਿਆਪਕ ਸਿੱਖਿਆ ਦੀ ਇੱਕ ਪ੍ਰਕਿਰਿਆ ਹੈ
ਜੋ ਅਧਿਆਪਨ ਸਮਾਂ ਅਤੇ ਸ਼੍ਰੇਣੀ ਦੇ ਆਕਾਰ ਨੂੰ ਘੱਟ ਕਰਕੇ ਕਿਸੇ ਵਿਸ਼ੇਸ਼ ਸਿੱਖਿਆ ਕੁਸ਼ਲਤਾ ਤੱਕ ਹੀ ਸੀਮਤ ਰਹਿ ਕੇ ਕਿਸੇ ਅਧਿਆਪਨ ਸਥਿਤੀ ਨੂੰ ਵਧੇਰੇ ਸਰਲ ਅਤੇ ਨਿਯੰਤਰਿਤ ਬਣਾਉਂਦੀ ਹੈ। ਇਸ ਦਾ ਮਤਲਬ ਕਹਿਣ ਦਾ ਮਤਲਬ ਕੀ ਹੈ ਕਿ ਇਹੋ ਜਿਹੀ ਸਿੱਖਿਆ ਤਕਨੀਕ ਜਿਸ ਦੇ ਵਿੱਚ ਘੱਟ ਸਮਾਂ ਲੱਗਦਾ ਹੈ, ਸ਼੍ਰੇਣੀ ਦਾ ਆਕਾਰ ਹੈ ਜਿਹੜਾ ਉਹ ਛੋਟਾ ਹੁੰਦਾ ਹੈ, ਮਤਲਬ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ, ਅਤੇ ਸਿੱਖਿਆ ਕੁਸ਼ਲਤਾ ਹੈ ਜਿਹੜੀ ਉਸ ਨੂੰ ਇੱਕ ਪੱਧਰ ਤੱਕ ਲਿਮਿਟ ਦੇ ਵਿੱਚ ਰੱਖ ਕੇ ਅਧਿਆਪਨ ਦੀ ਇਹੋ ਜਿਹੀ ਸਥਿਤੀ ਜਿਹਦੇ ਵਿੱਚ ਸਿੱਖਿਆ ਨੂੰ ਸਰਲ ਤਰੀਕੇ ਦੇ ਨਾਲ ਪੜ੍ਹਾਇਆ ਜਾ ਸਕੇ, ਉਸ ਨੂੰ ਅਸੀਂ ਸੂਖਮ ਅਧਿਆਪਨ ਦਾ ਨਾਮ ਦੇਵਾਂਗੇ। BM ਸ਼ੋਰ ਕੀ ਕਹਿੰਦਾ ਹੈ? BM ਸ਼ੋਰ ਅਨੁਸਾਰ ਸੂਖਮ ਅਧਿਆਪਨ ਘੱਟ ਸਮਾਂ, ਘੱਟ ਵਿਦਿਆਰਥੀ ਅਤੇ ਘੱਟ ਅਧਿਆਪਨ ਕਿਰਿਆਵਾਂ ਵਾਲੀ ਵਾਸਤਵਿਕ ਅਧਿਆਪਨ ਤਕਨੀਕ ਹੈ। ਤਾਂ ਇਸ ਤਰ੍ਹਾਂ BM ਸ਼ੋਰ ਦੇ ਅਨੁਸਾਰ ਵੀ ਘੱਟ ਸਮੇਂ ਦੇ ਵਿੱਚ ਘੱਟ ਵਿਦਿਆਰਥੀਆਂ ਦੇ ਨਾਲ ਅਤੇ ਘੱਟ ਅਧਿਆਪਨ ਕਿਰਿਆਵਾਂ ਕਰਾ ਕੇ ਜਿਹੜੀ ਤਕਨੀਕ ਸੂਖਮ ਅਪਣਾਈ ਜਾਂਦੀ ਹੈ, ਉਸ ਨੂੰ ਅਸੀਂ ਸੂਖਮ ਅਧਿਆਪਨ ਦਾ ਨਾਮ ਦਿੰਦੇ ਹਾਂ। ਤਾਂ ਇਸ ਤਰ੍ਹਾਂ ਸੂਖਮ ਅਧਿਆਪਨ ਸ਼੍ਰੇਣੀ ਦੇ ਆਕਾਰ ਅਤੇ ਸ਼੍ਰੇਣੀ ਦੇ ਅਧਿਆਪਨ ਦੇ ਸਮੇਂ ਦਾ ਘਟਦੇ ਪੈਮਾਨੇ 'ਤੇ ਕੀਤਾ ਗਿਆ ਇਹੋ ਜਿਹਾ ਸਿੱਖਿਆ ਅਭਿਆਸ ਹੈ ਜਿਸ ਵਿੱਚ ਇੱਕ ਸਮੇਂ ਕੇਵਲ ਇੱਕ ਹੀ ਸਿੱਖਿਆ ਕੌਸ਼ਲ ਦੀ ਸਿਖਲਾਈ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਅਸੀਂ ਕਰਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ, ਜਿਹਦੇ ਵਿੱਚ ਵਿਸ਼ੇਸ਼ਤਾਵਾਂ ਦੇ ਵਿੱਚ ਪਹਿਲੀ ਵਿਸ਼ੇਸ਼ਤਾ, ਇਹ ਸੰਭਾਵੀ ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਇੱਕ ਤਕਨੀਕ ਹੈ, ਨਾ ਕਿ ਪਰੰਪਰਾਗਤ ਢੰਗ ਵਿੱਚ ਸ਼੍ਰੇਣੀ ਨੂੰ ਪੜ੍ਹਾਉਣ ਦੀ ਕੋਈ ਵਿਧੀ। ਸੰਭਾਵੀ ਅਧਿਆਪਕ ਮਤਲਬ ਜਿਹੜੇ ਸਾਡੇ ਵਿਦਿਆਰਥੀ ਜਿਹੜੇ ਅਧਿਆਪਨ ਦੀ ਸਿੱਖਿਆ ਹਾਸਲ ਕਰ ਰਹੇ ਹੈ, ਉਹਨਾਂ ਨੂੰ ਸਿਖਲਾਈ ਦੇਣ ਦਾ ਇਹ ਇੱਕ ਢੰਗ ਹੈ, ਨਾ ਕਿ ਅਸੀਂ ਇਸ ਨੂੰ ਕੋਈ ਪੁਰਾਣੀ ਹੈ ਜਿਹੜੀ ਸ਼੍ਰੇਣੀ ਦੇ ਵਿੱਚ ਪੜ੍ਹਾਉਣ ਦੀ ਕੋਈ ਵਿਧੀ ਕਹਿ ਸਕਦੇ ਹਾਂ। ਕਹਿਣ ਦਾ ਮਤਲਬ ਕਿ ਵਿਦਿਆਰਥੀਆਂ ਨੂੰ ਸਿਰਫ ਜਿਹੜੇ ਅਧਿਆਪਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਆ, ਉਹਨਾਂ ਵਿਦਿਆਰਥੀਆਂ ਨੂੰ ਸਿਰਫ ਅਸੀਂ ਇਹ ਦੱਸਾਂਗੇ ਕਿ ਸੂਖਮ ਤਕਨੀਕ ਦੇ ਦੁਆਰਾ ਉਹਨਾਂ ਨੇ ਕਿਵੇਂ ਆਪਣੀ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ। ਦੂਜਾ ਹੈ ਸੂਖਮ ਅਧਿਆਪਨ ਵਾਸਤਵਿਕ ਅਧਿਆਪਨ ਹੈ। ਵਾਸਤਵਿਕ ਰੀਅਲ ਟੀਚਿੰਗ ਹੈ। ਸੂਖਮ ਅਧਿਆਪਨ ਦੀ ਸਿਖਲਾਈ ਜਦੋਂ ਸਿੱਖਿਆ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਵਾਸਤਵਿਕਤਾ ਦੇ ਨਾਲ ਜੋੜ ਕੇ, ਰਿਐਲਿਟੀ ਦੇ ਨਾਲ ਜੋੜ ਕੇ ਟੀਚਿੰਗ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ। ਉਸ ਤੋਂ ਬਾਅਦ ਇਹ ਇੱਕ ਵਿਅਕਤੀਗਤ ਅਧਿਆਪਨ ਵਿਧੀ ਹੈ। ਵਿਅਕਤੀਗਤ ਅਧਿਆਪਨ ਵਿਧੀ ਦਾ ਮਤਲਬ ਕਿ ਕਲਾਸ ਦੇ ਵਿੱਚ ਜਦੋਂ ਇੱਕ ਵਿਦਿਆਰਥੀ ਅਧਿਆਪਕ ਪੜ੍ਹਾ ਰਿਹਾ ਹੈ ਤਾਂ ਉਹ ਵਿਅਕਤੀਗਤ ਤੌਰ 'ਤੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੇ ਰਿਹਾ ਹੈ। ਸਿੱਖਿਆ ਦੀਆਂ ਜਿਹੜੀਆਂ ਤਕਨੀਕਾਂ ਦੀ ਵੀ ਉਹ ਵਰਤੋਂ ਕਰਦਾ ਹੈ, ਉਹ ਸਾਰੀਆਂ ਉਹ ਵਿਅਕਤੀਗਤ ਤੌਰ 'ਤੇ ਹੀ ਕਰੇਗਾ। ਉਸ ਤੋਂ ਬਾਅਦ ਇਸ ਦੁਆਰਾ ਇਸ ਸਮੇਂ ਵਿੱਚ ਕੇਵਲ ਇੱਕ ਹੀ ਸਿੱਖਿਆ ਕੌਸ਼ਲ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੀ ਅਗਲੀ ਵਿਸ਼ੇਸ਼ਤਾ ਕੀ ਹੈ ਕਿ ਬਹੁਤ ਸਾਰੀਆਂ ਸਿੱਖਿਆ ਕੌਸ਼ਲਾਂ ਦੀਆਂ ਤਕਨੀਕਾਂ ਦੇ ਵਿੱਚੋਂ ਜਦੋਂ ਘੱਟ ਸਮੇਂ ਦੇ ਵਿੱਚ ਬੱਚਿਆਂ ਨੂੰ ਸਿਖਲਾਈ ਦੇਣੀ ਹੈ ਜਾਂ ਪੜ੍ਹਾਉਣਾ ਹੈ ਤਾਂ ਉਸ ਦੇ ਵਿੱਚ ਸਿਰਫ ਇੱਕ ਸਿੱਖਿਆ ਕੌਸ਼ਲ ਨੂੰ ਹੀ ਅਧਿਆਪਕ ਦੁਆਰਾ ਵਰਤਿਆ ਜਾਂਦਾ ਹੈ। ਆਪਣੀ ਪਾਠ ਸਮੱਗਰੀ ਨੂੰ ਨਿਰਧਾਰਤ ਸਮੇਂ ਦੇ ਵਿੱਚ ਉਸਨੇ ਖਤਮ ਕਰਨਾ ਹੁੰਦਾ ਹੈ, ਜਿਹਦੇ ਵਿੱਚ ਪਾਠ ਸਮੱਗਰੀ ਦੇ ਨਾਲ ਸੰਬੰਧਿਤ ਉਹ ਸਿਰਫ ਇੱਕ ਸਿੱਖਿਆ ਕੌਸ਼ਲ ਨੂੰ ਹੀ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰੇਗਾ। ਇਸ ਲਈ ਸਮਾਂ ਸੀਮਾ 5 ਤੋਂ 10 ਮਿੰਟ ਤੱਕ ਹੁੰਦੀ ਹੈ। ਜਦੋਂ ਸੂਖਮ ਅਧਿਆਪਨ, ਸੂਖਮ ਦਾ ਮਤਲਬ ਹੀ ਇਹ ਹੈ ਕਿ ਸੂਖਮ ਬਹੁਤ ਛੋਟਾ ਜਿਹਾ, ਜਦੋਂ ਆਪਣੇ ਵਿਸ਼ੇ ਦੀ ਜਾਣਕਾਰੀ ਛੋਟੇ ਰੂਪ ਦੇ ਵਿੱਚ, ਸੂਖਮ ਰੂਪ ਦੇ ਵਿੱਚ ਅਧਿਆਪਕ ਨੇ ਦੇਣੀ ਹੈ ਤਾਂ ਨੈਚੁਰਲੀ ਹੈ ਕਿ ਉਸ ਦੇ ਵਿੱਚ ਉਸਨੇ ਬਹੁਤ ਘੱਟ ਸਮੇਂ ਦੇ ਵਿੱਚ ਆਪਣਾ ਵਿਸ਼ਾ ਬੱਚਿਆਂ ਦੇ ਸਾਹਮਣੇ ਪੇਸ਼ ਕਰਨਾ ਹੈ। ਤਾਂ ਇਸ ਦੇ ਲਈ ਸੂਖਮ ਅਧਿਆਪਨ ਤਕਨੀਕ ਦੇ ਵਿੱਚ 5 ਤੋਂ 10 ਮਿੰਟ ਤੱਕ ਦਾ ਸਮਾਂ ਹੈ ਜਿਹੜਾ ਉਹ ਵਿਦਿਆਰਥੀਆਂ ਨੂੰ ਵਿਦਿਆਰਥੀ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ। ਅਗਲੀ ਵਿਸ਼ੇਸ਼ਤਾ, ਵਿਦਿਆਰਥੀਆਂ ਦੀ ਸੰਖਿਆ ਵਿੱਚ ਵੀ 5 ਤੋਂ 10 ਤੱਕ ਸੀਮਤ ਹੁੰਦੀ ਹੈ। ਵਿਦਿਆਰਥੀਆਂ ਦੀ ਸੰਖਿਆ 5 ਤੋਂ 10 ਤੱਕ ਕਿਵੇਂ ਸੀਮਤ ਹੈ ਕਿ ਜਦੋਂ ਸੂਖਮ ਅਧਿਆਪਨ ਦੀ ਸਿਖਲਾਈ ਅਧਿਆਪਕ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ ਤਾਂ ਕਿ ਉਹ ਸੂਖਮ ਤੋਂ ਸੂਖਮ ਤਕਨੀਕਾਂ ਦੀ ਜਾਣਕਾਰੀ ਹੈ ਜਿਹੜੀ ਉਹ ਹਾਸਲ ਕਰਨ। ਕਲਾਸ ਦੇ ਵਿੱਚ ਪ੍ਰੋਪਰ ਡਿਸਿਪਲਿਨ ਦੇ ਵਿੱਚ ਬੱਚੇ ਰਹਿ ਕੇ ਆਪਣੀਆਂ ਉਹਨਾਂ ਤਕਨੀਕਾਂ ਤੋਂ ਜਾਣੂ ਹੋਣ ਅਤੇ ਅੱਗੇ ਜਾ ਕੇ ਉਹਨਾਂ ਨੇ ਵੀ ਉਹਨਾਂ ਚੀਜ਼ਾਂ ਨੂੰ ਹੀ ਅਪਲਾਈ ਕਰਨਾ ਹੈ। ਇਸ ਕਰਕੇ ਘੱਟ ਸਮੇਂ ਦੇ ਵਿੱਚ ਘੱਟ ਵਿਦਿਆਰਥੀਆਂ ਨੂੰ ਇਸ ਤਕਨੀਕ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਸਿੱਖਿਆ ਕੌਸ਼ਲਾਂ ਦੀ ਸਿਖਲਾਈ ਲਈ ਇਹ ਇੱਕ ਕਾਰਗਰ ਤਕਨੀਕ ਹੈ। ਜਿੰਨੇ ਵੀ ਸਿੱਖਿਆ ਕੌਸ਼ਲ ਹੈ ਜਿਹੜੇ ਉਹ ਇੱਕ ਅਧਿਆਪਕ ਨੇ ਆਪਣੀ ਅਧਿਆਪਨ ਵਿਧੀ ਦੇ ਦੌਰਾਨ ਪੇਸ਼ ਕਰਨੇ ਨੇ ਜਾਂ ਪ੍ਰਗਟ ਕਰਨੇ ਨੇ ਜਾਂ ਅਪਲਾਈ ਕਰਨੇ ਨੇ, ਤਾਂ ਉਹਨਾਂ ਦੇ ਲਈ ਇਹ ਸੂਖਮ ਅਧਿਆਪਨ ਦੀ ਤਕਨੀਕ ਹੈ ਜਿਹੜੀ ਉਹ ਇੱਕ ਬਹੁਤ ਹੀ ਕਾਰਗਰ ਸਿੱਧ ਹੁੰਦੀ ਹੈ, ਮਤਲਬ ਬਹੁਤ ਹੀ ਕੰਮ ਦੀ ਸਿੱਧ ਹੁੰਦੀ ਹੈ। ਇਸ ਨੂੰ ਸੂਖਮ ਅਧਿਆਪਨ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਸਧਾਰਨ ਅਧਿਆਪਨ ਦੀਆਂ ਜਟਲਤਾਵਾਂ ਨੂੰ ਘੱਟ ਕਰਦੀ ਹੈ ਅਤੇ ਇਸ ਨੂੰ ਲਘੂ ਰੂਪ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। ਸੂਖਮ ਅਧਿਆਪਨ ਇਸ ਦੇ ਲਈ ਵੀ ਇਸ ਨੂੰ ਸੂਖਮ ਕਹਿੰਦੇ ਨੇ ਕਿ
ਆਮ ਜਦੋਂ ਇੱਕ ਕਲਾਸ ਦੇ ਵਿੱਚ ਇੱਕ ਅਧਿਆਪਕ ਦੁਆਰਾ ਆਪਣਾ ਅਧਿਆਪਨ ਦਾ ਕਾਰਜ ਕੀਤਾ ਜਾ ਰਿਹਾ ਹੈ ਜਾਂ ਆਪਣੇ ਵਿਸ਼ੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਆਪਣਾ ਟੌਪਿਕ ਪੜ੍ਹਾਇਆ ਜਾ ਰਿਹਾ ਹੈ, ਤਾਂ ਕਈ ਵਾਰ ਅਧਿਆਪਕ ਨੂੰ ਉਸ ਦੇ ਵਿੱਚ ਬਹੁਤ ਸਾਰੀਆਂ ਜਟਿਲਤਾਵਾਂ ਮਤਲਬ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਜਿਹਦੇ ਵਿੱਚ ਜੇਕਰ ਸੂਖਮ ਤਕਨੀਕ ਅਪਣਾਈ ਜਾਂਦੀ ਹੈ ਸੂਖਮ ਅਧਿਆਪਨ ਦੀ, ਤਾਂ ਉਸ ਦੇ ਵਿੱਚ ਇਹਨਾਂ ਜਟਿਲਤਾਵਾਂ ਅਤੇ ਸਮੱਸਿਆਵਾਂ ਦੀ ਸੰਭਾਵਨਾ ਹੈ ਜਿਹੜੀ ਉਹ ਘੱਟ ਜਾਂਦੀ ਹੈ। ਕਿਉਂਕਿ ਉਸ ਦੇ ਵਿੱਚ ਇੱਕ ਕੌਸ਼ਲ ਨੂੰ ਵਰਤਿਆ ਜਾਂਦਾ ਹੈ, ਉਸ ਦੇ ਵਿੱਚ ਸਮਾਂ ਹੈ ਜਿਹੜਾ ਉਹ 5 ਤੋਂ 10 ਮਿੰਟ ਦਾ ਹੁੰਦਾ ਹੈ, ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਹੁੰਦੀ ਹੈ, ਇਸ ਕਰਕੇ ਸਮੱਸਿਆਵਾਂ ਦਾ ਪੈਦਾ ਹੋਣਾ ਜ਼ਿਆਦਾ ਉੱਥੇ ਜ਼ਰੂਰੀ ਨਹੀਂ ਹੁੰਦਾ ਅਤੇ ਇਸ ਨੂੰ ਲਘੂ ਭਾਵ ਛੋਟੇ ਰੂਪ ਦੇ ਵਿੱਚ ਹੀ ਸੂਖਮ ਅਧਿਆਪਨ ਦੀ ਤਕਨੀਕ ਨੂੰ ਪੇਸ਼ ਕਰ ਦਿੱਤਾ ਜਾਂਦਾ ਹੈ। ਇਸ ਦੁਆਰਾ ਅਭਿਆਸ ਕਰਨ ਦੀ ਪ੍ਰਕਿਰਿਆ ਉੱਤੇ ਵਧੇਰੇ ਨਿਯੰਤਰਣ ਰੱਖਿਆ ਜਾ ਸਕਦਾ ਹੈ। ਸੂਖਮ ਅਧਿਆਪਨ ਦੀ ਤਕਨੀਕ ਦੇ ਦੌਰਾਨ ਵਿਦਿਆਰਥੀਆਂ ਨੂੰ ਜਦੋਂ ਅਧਿਆਪਨ ਦਾ ਕਾਰਜ ਕਰਨ ਦੇ ਲਈ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਵਿਦਿਆਰਥੀਆਂ ਦੁਆਰਾ ਜਦੋਂ ਆਪਣਾ ਵਿਸ਼ਾ ਪੜ੍ਹਾਇਆ ਜਾਂਦਾ ਹੈ, ਆਪਣੀ ਪਾਠ ਸਮੱਗਰੀ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ, ਤਾਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਅਭਿਆਸ ਹੈ ਜਿਹੜਾ ਉਹ ਵੀ ਕਰਵਾਉਣਾ ਹੁੰਦਾ ਹੈ। ਅਭਿਆਸ ਤੇ ਕਰਮ ਦੀ ਪ੍ਰਕਿਰਿਆ ਦੇ ਉੱਪਰ ਵਧੇਰੇ ਜ਼ੋਰ ਸੂਖਮ ਤਕਨੀਕ ਦੇ ਦੁਆਰਾ ਹੀ ਦਿੱਤਾ ਜਾਂਦਾ ਹੈ। ਜਿਵੇਂ ਜਿਵੇਂ ਅਧਿਆਪਕ ਪੜ੍ਹਾ ਰਿਹਾ ਹੈ ਨਾਲ ਨਾਲ ਹੀ ਉਹ ਆਪਣੀ ਅਭਿਆਸ ਪ੍ਰਕਿਰਿਆ ਵੀ ਜਾਰੀ ਰੱਖ ਸਕਦਾ ਹੈ। ਇਸ ਦੁਆਰਾ ਪਰਿਣਾਮ ਸੰਬੰਧੀ ਸਧਾਰਨ ਗਿਆਨ ਤੇ ਪ੍ਰਤੀਪੁਸ਼ਟੀ ਦੇ ਪ੍ਰਭਾਵ ਦੀ ਵਿਧੀ ਵਿਕਸਿਤ ਹੁੰਦੀ ਹੈ। ਸੂਖਮ ਅਧਿਆਪਨ ਦੀ ਜੋ ਤਕਨੀਕ ਹੈ ਉਸ ਦੇ ਵਿੱਚ ਪਰਿਣਾਮ ਭਾਵ ਨਤੀਜਿਆਂ ਦੇ ਸੰਬੰਧੀ ਵੀ ਸਧਾਰਨ ਗਿਆਨ ਹੈ ਜਿਹੜਾ ਉਹ ਹਾਸਲ ਹੋ ਜਾਂਦਾ ਹੈ ਅਤੇ ਦੂਸਰੇ ਪਾਸੇ ਪ੍ਰਤੀਪੁਸ਼ਟੀ ਦਾ ਪ੍ਰਭਾਵ ਹੈ ਜਿਹੜਾ ਉਸ ਦੀ ਵਿਧੀ ਵੀ ਇਸ ਦੇ ਵਿੱਚ ਵਿਕਸਿਤ ਹੋ ਜਾਂਦੀ ਹੈ। ਉਸ ਤੋਂ ਬਾਅਦ ਆਉਂਦੇ ਹੈ ਜੀ ਸੂਖਮ ਅਧਿਆਪਨ ਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਆ। ਸੂਖਮ ਅਧਿਆਪਨ ਇੱਕ ਇਹੋ ਜਿਹੀ ਤਕਨੀਕ ਹੈ ਜਿਹਨੂੰ ਅਸੀਂ ਸਭ ਤੋਂ ਉੱਤਮ ਤਕਨੀਕ ਮੰਨ ਸਕਦੇ ਹਾਂ। ਉੱਤਮ ਤਕਨੀਕ ਇਸੇ ਦੇ ਲਈ ਹੈ ਕਿ ਇਸ ਦੇ ਵਿੱਚ ਅਧਿਆਪਕ ਸੂਖਮ ਤਰੀਕੇ ਦੇ ਨਾਲ ਆਪਣੀ ਪੂਰੀ ਪਾਠ ਸਮੱਗਰੀ ਜਾਂ ਆਪਣਾ ਪੂਰਾ ਵਿਸ਼ਾ ਹੈ ਜਿਹੜਾ ਉਹ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਨ ਦੇ ਵਿੱਚ ਸਫਲ ਹੋ ਜਾਂਦਾ ਹੈ। ਅਭਿਆਸ ਕਰਨ ਦੇ ਦੌਰਾਨ ਉਹ ਆਪਣੀ ਅਭਿਆਸ ਵੀ ਵਿਦਿਆਰਥੀਆਂ ਨੂੰ ਕਰਵਾ ਦਿੰਦਾ ਹੈ। ਬਨਾਵਟੀ ਵਾਤਾਵਰਣ ਵਿੱਚ ਸਹਾਈ। ਬਨਾਵਟੀ ਵਾਤਾਵਰਣ ਜੇਕਰ ਕਲਾਸ ਦੇ ਵਿੱਚ ਪੈਦਾ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਇਸ ਤਕਨੀਕ ਨੂੰ ਵਰਤ ਕੇ ਅਭਿਆਸ ਹੈ ਜਿਹੜਾ ਉਹ ਕਰਵਾਇਆ ਜਾ ਸਕਦਾ ਹੈ। ਸਿੱਖਿਆ ਵਿਵਹਾਰ ਉੱਤੇ ਕੇਂਦਰਿਤ। ਇਹ ਸਿੱਖਿਆ ਵਿਵਹਾਰ ਉੱਤੇ ਧਿਆਨ ਕੇਂਦਰਿਤ ਕਰਦੀ ਹੈ। ਮਤਲਬ ਕੀ ਹੈ, ਵਿਵਹਾਰਿਕ ਪੱਖ ਦੇ ਉੱਤੇ ਜ਼ਿਆਦਾ ਜ਼ੋਰ ਹੈ ਜਿਹੜਾ ਇਹ ਦਿੰਦੀ ਹੈ, ਸਿਧਾਂਤਿਕ ਪੱਖ ਦੇ ਉੱਪਰ ਘੱਟ ਜ਼ੋਰ ਦਿੱਤੀ ਹੈ। ਜਦੋਂ ਵਿਵਹਾਰਿਕ ਪੱਖ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਤਾਂ ਵਿਦਿਆਰਥੀ ਨੇ ਜਿਹੜੇ ਉਹ ਵਧੇਰੇ ਦਿਲਚਸਪੀ ਦੇ ਨਾਲ ਇਸ ਨੂੰ ਧਿਆਨ ਦੇ ਨਾਲ ਇਸ ਤਕਨੀਕ ਨੂੰ ਮਤਲਬ ਆਪਣੇ ਅੰਦਰ ਓਬਜ਼ਰਵ ਕਰ ਪਾਉਂਦੇ ਆ, ਆਪਣੇ ਅੰਦਰ ਉਹਨਾਂ ਦੀ ਸਮਰੱਥਾ ਹੈ ਜਿਹੜੀ ਉਹ ਇਸ ਤਕਨੀਕ ਨੂੰ ਸਮਝਣ ਦੇ ਵਿੱਚ ਪੂਰੀ ਹੁੰਦੀ ਹੈ। ਉਸ ਤੋਂ ਬਾਅਦ ਸੁਧਾਰ। ਆਪਣੀਆਂ ਘਾਟਾਂ ਨੂੰ ਤੁਰੰਤ ਜਾਣ ਲੈਣ ਮਗਰੋਂ ਉਹਨਾਂ ਦਾ ਸੁਧਾਰ ਹੈ ਜਿਹੜਾ ਉਹ ਉਸੇ ਸਮੇਂ ਹੀ ਕੀਤਾ ਜਾ ਸਕਦਾ ਹੈ, ਉਦੋਂ ਜਦੋਂ ਅਸੀਂ ਸੂਖਮ ਅਧਿਆਪਨ ਦੀ ਤਕਨੀਕ ਹੈ ਜਿਹੜੀ ਉਸ ਨੂੰ ਕਲਾਸ ਦੇ ਵਿੱਚ ਅਪਲਾਈ ਕਰ ਰਹੇ ਹਾਂ ਜਾਂ ਸੂਖਮ ਅਧਿਆਪਨ ਦੀ ਤਕਨੀਕ ਦੁਆਰਾ ਹੀ ਅਸੀਂ ਸਿਖਲਾਈ ਦੇ ਰਹੇ ਹਾਂ। ਜੇਕਰ ਉਸ ਦੇ ਵਿੱਚ ਕੁਛ ਘਾਟਾਂ ਜਾਂ ਕੁਛ ਕਮੀਆਂ ਰਹਿ ਜਾਂਦੀਆਂ ਨੇ ਤਾਂ ਉਸੇ ਸਮੇਂ ਹੀ ਅਸੀਂ ਉਹਨਾਂ ਦਾ ਸੁਧਾਰ ਵੀ ਕਰ ਸਕਦੇ ਹਾਂ। ਪ੍ਰਭਾਵਸ਼ਾਲੀ। ਵਿਅਕਤੀਗਤ ਹੋਣ ਕਰਕੇ ਇਹ ਤਕਨੀਕ ਵਧੇਰੇ ਪ੍ਰਭਾਵਸ਼ਾਲੀ ਹੈ ਕਿਉਂਕਿ ਵਿਅਕਤੀਗਤ ਤੌਰ 'ਤੇ ਹੀ ਇੱਕ ਵਿਦਿਆਰਥੀ ਅਧਿਆਪਕ ਨੇ ਇਸੇ ਤਕਨੀਕ ਦੀ ਵਰਤੋਂ ਕਰਕੇ ਆਪਣਾ ਪੂਰਾ ਪ੍ਰਭਾਵ ਹੈ ਜਿਹੜਾ ਆਪਣੇ ਵਿਸ਼ੇ ਦੇ ਉੱਪਰ ਪਾਉਣਾ ਹੁੰਦਾ ਹੈ ਅਤੇ ਉਹੀ ਪ੍ਰਭਾਵ ਉਸ ਦਾ ਵਿਦਿਆਰਥੀਆਂ ਦੇ ਉੱਪਰ ਵੀ ਪੈਂਦਾ ਹੈ। ਇਸ ਤੋਂ ਬਾਅਦ ਅਧਿਆਪਕ ਲਈ ਸਹਾਈ। ਜਿਹੜੀ ਇਹ ਤਕਨੀਕ ਹੈ ਸੂਖਮ ਅਧਿਆਪਨ ਦੀ, ਉਹ ਇੱਕ ਅਧਿਆਪਕ ਦੇ ਲਈ ਕਿਵੇਂ ਸਹਾਈ ਹੋ ਸਕਦੀ ਹੈ, ਕਿਉਂਕਿ ਇੱਕ ਅਧਿਆਪਕ ਹੈ ਜਿਹੜਾ ਉਹ ਆਪਣੀ ਪਾਠ ਸਮੱਗਰੀ ਨੂੰ ਜਾਂ ਆਪਣਾ ਵਿਸ਼ਾ ਵਸਤੂ ਨੂੰ ਲੈ ਕੇ ਕਲਾਸ ਦੇ ਵਿੱਚ ਜਾਂਦਾ ਹੈ ਤਾਂ ਉਹ ਇੱਕ ਸਿੱਖਿਆ ਕੌਸ਼ਲ ਦੀ ਵਰਤੋਂ ਕਰਕੇ ਥੋੜ੍ਹੇ ਸਮੇਂ ਦੇ ਵਿੱਚ ਥੋੜ੍ਹੇ ਵਿਦਿਆਰਥੀਆਂ ਨੂੰ ਆਪਣੇ ਪੂਰੀ ਪਾਠ ਸਮੱਗਰੀ ਹੈ ਜਿਹੜੀ ਉਹ ਉਹਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੁੰਦਾ ਹੈ। ਇਸ ਲਈ ਇਹ ਤਕਨੀਕ ਹੈ ਜਿਹੜੀ ਉਹ ਇੱਕ ਅਧਿਆਪਕ ਦੇ ਲਈ ਬਹੁਤ ਜ਼ਿਆਦਾ ਸਹਾਈ ਹੁੰਦੀ ਹੈ। ਅਧਿਆਪਕ ਵਿਦਿਆਰਥੀ ਸੰਬੰਧ। ਸੂਖਮ ਅਧਿਆਪਨ ਤਕਨੀਕ ਦੇ ਨਾਲ ਕੀ ਹੈ ਕਿ ਅਧਿਆਪਕ ਇੱਕ ਪਾਸੇ ਕਿਰਿਆਸ਼ੀਲ ਹੋ ਰਿਹਾ ਹੈ, ਦੂਸਰੇ ਪਾਸੇ ਵਿਦਿਆਰਥੀ ਨੇ ਜਿਹੜੇ ਉਹ ਅਧਿਆਪਕ ਦੀ ਗੱਲਬਾਤ ਸੁਣ ਰਹੇ ਹੈ। ਵਿਦਿਆਰਥੀਆਂ ਦੀ ਗਿਣਤੀ ਕਲਾਸ ਦੇ ਵਿੱਚ ਘੱਟ ਹੈ, ਜਿਸ ਕਰਕੇ ਵਿਦਿਆਰਥੀ ਅਧਿਆਪਕ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਹੈ, ਜਿਹਦੇ ਕਰਕੇ ਵਿਦਿਆਰਥੀ ਅਤੇ ਅਧਿਆਪਕ ਦਾ ਸੰਬੰਧ ਹੈ ਜਿਹੜਾ ਉਹ ਨੇੜੇ ਦਾ ਸੰਬੰਧ ਸਥਾਪਿਤ ਹੋ ਜਾਂਦਾ ਹੈ। ਇਸ ਤੋਂ ਬਾਅਦ ਹੈ ਸੂਖਮ ਅਧਿਆਪਨ ਦੇ ਦੋਸ਼। ਸੂਖਮ ਅਧਿਆਪਨ ਦੇ ਦੋਸ਼ ਦੇ ਵਿੱਚ ਕੀ ਹੈ ਕਿ
ਵਧੇਰੇ ਸਮਾਂ ਕਿਹਦੇ ਵਿੱਚ ਲੱਗਦਾ ਹੈ? ਬਾਕੀ ਦੇ ਕੌਸ਼ਲਾਂ ਨੂੰ ਸਿੱਖਣ ਦੇ ਵਿੱਚ, ਕਿਉਂਕਿ ਇਹਦੇ ਵਿੱਚ ਕੀ ਹੈ, ਸੂਖਮ ਅਧਿਆਪਨ ਜਦੋਂ ਕਰਵਾਇਆ ਜਾਂਦਾ ਹੈ ਤਾਂ ਉਹਦੇ ਲਈ ਇੱਕ ਕੌਸ਼ਲ ਦੇ ਵਿੱਚ ਵਾਰ-ਵਾਰ ਅਭਿਆਸ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ ਅਤੇ ਬਾਕੀ ਸਿੱਖਿਆ ਕੌਸ਼ਲ ਨੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ ਅਤੇ ਬਾਕੀ ਸਿੱਖਿਆ ਕੌਸ਼ਲਾਂ ਨੂੰ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਹੈ ਜਿਹੜਾ ਉਹ ਲੱਗ ਜਾਂਦਾ ਹੈ। ਫਿਰ ਕਿਰਿਆਤਮਕ ਪੱਖ ਉੱਤੇ ਵਧੇਰੇ ਜ਼ੋਰ, ਜਿਹੜੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਇਸ ਦੇ ਵਿੱਚ ਕੁਸ਼ਲਤਾ ਦੇ ਕਿਰਿਆਤਮਕ ਪੱਖ ਦੇ ਉੱਪਰ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ, ਸਿਧਾਂਤਿਕ ਪੱਖ ਦੇ ਉੱਪਰ ਨਹੀਂ। ਜਦੋਂ ਇੱਕ ਵਿਦਿਆਰਥੀ ਅਧਿਆਪਕ ਕਲਾਸ ਦੇ ਵਿੱਚ ਸੂਖਮ ਅਧਿਆਪਨ ਦੀ ਤਕਨੀਕ ਅਪਣਾ ਰਿਹਾ ਹੈ ਤਾਂ ਉਹ ਕਿਰਿਆਤਮਕ ਪੱਖ ਦੇ ਉੱਪਰ ਜ਼ਿਆਦਾ ਜ਼ੋਰ ਦੇਊਗਾ, ਸਿਧਾਂਤਿਕ ਪੱਖ ਨੂੰ ਉਹ ਅੱਖੋਂ ਓਹਲੇ ਕਰ ਦਿੰਦਾ ਹੈ। ਉਸ ਤੋਂ ਬਾਅਦ ਸਮੱਗਰੀ ਦੀ ਚੋਣ ਵਿੱਚ ਮੁਸ਼ਕਿਲ। ਸੂਖਮ ਅਧਿਆਪਨ ਲਈ ਅਜਿਹੀ ਪਾਠ ਸਮੱਗਰੀ ਦੀ ਚੋਣ ਕਰਨਾ ਜਿਸ ਦੇ ਵਿੱਚ ਸਿਰਫ ਇੱਕ ਕੌਸ਼ਲ ਦਾ ਪ੍ਰਯੋਗ ਹੋਵੇ, ਇਹ ਇੱਕ ਮੁਸ਼ਕਲ ਕੰਮ ਹੈ। ਜਦੋਂ ਕਲਾਸ ਦੇ ਵਿੱਚ ਇੱਕ ਅਧਿਆਪਕ ਨੇ ਆਪਣੀ ਪਾਠ ਸਮੱਗਰੀ ਪੜ੍ਹਾਉਣੀ ਹੈ ਅਤੇ ਉਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਉਸਨੇ ਸਿਰਫ ਇੱਕੋ ਹੀ ਸਿੱਖਿਆ ਕੌਸ਼ਲ ਨੂੰ ਅਪਣਾਉਣਾ ਹੈ ਤਾਂ ਉਸ ਦੇ ਵਿੱਚ ਉਸੇ ਇੱਕ ਸਿੱਖਿਆ ਕੌਸ਼ਲ ਦੇ ਨਾਲ ਸੰਬੰਧਿਤ ਸਮੱਗਰੀ ਇਕੱਠੀ ਕਰਨੀ ਉਸ ਦੇ ਲਈ ਜਿਹੜੀ ਹੈ ਔਖੀ ਹੋ ਜਾਂਦੀ ਹੈ। ਅਧਿਆਪਨ ਕੌਸ਼ਲ ਸੰਬੰਧ। ਅਧਿਆਪਨ ਕੌਸ਼ਲ ਸੰਬੰਧ ਦੇ ਵਿੱਚ ਕੀ ਹੈ ਕਿ ਸਾਰੇ ਅਧਿਆਪਨ ਕੌਸ਼ਲ ਜਿਹੜਿਆਂ ਨੂੰ ਕਲਾਸ ਦੇ ਵਿੱਚ ਵਰਤਣਾ ਜ਼ਰੂਰੀ ਹੁੰਦਾ ਹੈ, ਸਾਰੇ ਇੱਕ ਦੂਜੇ ਦੇ ਨਾਲ ਪਰਸਪਰ ਸੰਬੰਧਾਂ ਦੇ ਵਿੱਚ ਜੁੜੇ ਹੋਏ ਹੁੰਦੇ ਆ। ਇਸ ਲਈ ਇੱਕ ਸਮੇਂ ਸਿਰਫ ਇੱਕ ਕੌਸ਼ਲ ਦਾ ਪ੍ਰਯੋਗ ਸੰਭਵ ਨਹੀਂ ਹੁੰਦਾ। ਜੇਕਰ ਅਸੀਂ ਇੱਕ ਕੌਸ਼ਲ ਦਾ ਪ੍ਰਯੋਗ ਕਰਦੇ ਹਾਂ ਅਤੇ ਬਾਕੀਆਂ ਨੂੰ ਅੱਖੋਂ ਓਹਲੇ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜਾ ਹੈ ਵਿਗਾੜ ਪੈਦਾ ਹੋ ਜਾਂਦਾ ਹੈ, ਕਿਉਂਕਿ ਸਾਰੇ ਕੌਸ਼ਲ ਆਪਸ ਦੇ ਵਿੱਚ ਜੁੜੇ ਹੋਏ ਹੈ। ਕਿਤੇ ਨਾ ਕਿਤੇ ਸਾਰਿਆਂ ਦਾ ਸੰਬੰਧ, ਸਾਰੀਆਂ ਸਿੱਖਿਆ ਕੌਸ਼ਲਤਾਵਾਂ ਦਾ ਸੰਬੰਧ ਇੱਕ ਦੂਜੇ ਦੇ ਨਾਲ ਜ਼ਰੂਰ ਹੈ। ਸ਼੍ਰੇਣੀ ਦਾ ਆਕਾਰ। ਸੂਖਮ ਅਧਿਆਪਨ ਦੇ ਵਿੱਚ ਸ਼੍ਰੇਣੀ ਦਾ ਆਕਾਰ ਹੈ ਜਿਹੜਾ ਉਹ ਛੋਟਾ ਹੁੰਦਾ ਹੈ, ਸਿੱਖਿਆ ਦਾ ਸਮਾਂ ਵੀ ਘੱਟ ਹੁੰਦਾ ਹੈ, ਪਾਠ ਸਮੱਗਰੀ ਵੀ ਪੂਰੀ ਤਰ੍ਹਾਂ ਪੂਰਨ ਨਹੀਂ ਹੁੰਦੀ, ਅਪੂਰਨ ਹੁੰਦੀ ਹੈ। ਇਸ ਤਰ੍ਹਾਂ ਸਾਰਾ ਕੁਝ ਹੈ ਜਿਹੜਾ ਉਹ ਵਾਸਤਵਿਕ ਮੰਨਣਾ ਜ਼ਰੂਰੀ ਨਹੀਂ ਹੁੰਦਾ, ਵਾਸਤਵਿਕ ਨਹੀਂ ਹੁੰਦਾ। ਬਨਾਵਟੀ ਪ੍ਰਸਥਿਤੀਆਂ ਵਿੱਚ ਵਾਸਤਵਿਕ ਅਧਿਆਪਨ ਅਤੇ ਸਿੱਖਣ ਸੰਭਵ ਨਹੀਂ ਹੋ ਸਕਦਾ। ਉਸ ਤੋਂ ਬਾਅਦ ਅੱਗੇ ਹੈ ਅਧਿਆਪਕ ਦੀ ਦਿਲਚਸਪੀ। ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਸਾਰੇ ਅਧਿਆਪਕ ਹੈ ਜਿਹੜੇ ਉਹ ਇਸ ਤਕਨੀਕ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ, ਕਿਉਂਕਿ ਉਹਨਾਂ ਦੇ ਅਨੁਸਾਰ ਕੀ ਹੈ ਕਿ ਇਹ ਇੱਕ ਵਾਧੂ ਕੰਮ ਹੈ, ਇਹ ਫਜ਼ੂਲ ਹੈ। ਉਹਨਾਂ ਅਨੁਸਾਰ ਸਾਰੇ ਅਧਿਆਪਨ ਨੂੰ ਇੱਕ ਇਕਾਈ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ, ਨਾ ਕਿ ਟੁਕੜਿਆਂ ਦੇ ਰੂਪ ਦੇ ਵਿੱਚ। ਤਾਂ ਇਹਦੇ ਵਿੱਚ ਬਹੁਤ ਸਾਰੇ ਅਧਿਆਪਕ ਨੇ ਜਿਹੜੇ ਉਹ ਇਸ ਗੱਲ ਨੂੰ ਮੰਨਦੇ ਆ ਕਿ ਅਧਿਆਪਨ ਦੇ ਸਿੱਖਿਆ ਕੌਸ਼ਲ ਨੇ ਜਿਹੜੇ ਉਹ ਸਾਰੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਕੋਈ ਵੀ ਪਾਠ, ਕੋਈ ਵੀ ਸਮੱਗਰੀ ਹੈ, ਪਾਠ ਸਮੱਗਰੀ ਹੈ ਜਾਂ ਕੋਈ ਵੀ ਵਿਸ਼ਾ ਜਿਹੜਾ ਉਹ 5 ਤੋਂ 7 ਮਿੰਟਾਂ ਦੇ ਵਿੱਚ ਪੜ੍ਹਾਉਣਾ ਬਹੁਤ ਔਖਾ ਹੋ ਜਾਂਦਾ ਹੈ। ਕਈ ਵਾਰੀ ਡਿਟੇਲ ਦੇ ਵਿੱਚ ਵੀ ਕੰਮ ਕਰਵਾਉਣਾ ਹੁੰਦਾ ਹੈ, ਇਸ ਕਰਕੇ ਬਹੁਤੇ ਅਧਿਆਪਕ ਇਸ ਦੇ ਵਿੱਚ ਦਿਲਚਸਪੀ ਨਹੀਂ ਲੈਂਦੇ। ਇਸ ਤਰ੍ਹਾਂ ਸੂਖਮ ਅਧਿਆਪਨ ਇੱਕ ਇਹੋ ਜਿਹੀ ਤਕਨੀਕ ਹੈ ਜਿਸ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ, ਜਿਸ ਦੇ ਆਪਣੇ ਗੁਣ ਹਨ, ਆਪਣੇ ਲੱਛਣ ਹਨ ਅਤੇ ਨਾਲ ਆਧੁਨਿਕ ਸਮੇਂ ਦੇ ਵਿੱਚ ਇਸ ਦੇ ਵਿੱਚ ਬਹੁਤ ਸਾਰੀਆਂ ਘਾਟਾਂ ਜਾਂ ਬਹੁਤ ਸਾਰੇ ਦੋਸ਼ ਵੀ ਪਾਏ ਜਾਂਦੇ ਹਨ। ਪਰ ਸਿੱਟੇ ਵਜੋਂ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਸੂਖਮ ਅਧਿਆਪਨ ਦੀ ਤਕਨੀਕ ਹੈ ਜਿਹੜੀ ਉਹ ਇਹੋ ਜਿਹੀ ਤਕਨੀਕ ਹੈ ਜਿਸ ਦੀ ਸਹੀ ਅਤੇ ਯੋਗ ਵਰਤੋਂ ਹੀ ਅਧਿਆਪਕ ਸਿੱਖਿਆ ਦੇ ਕੰਮਾਂ ਦੇ ਵਿੱਚ ਲਾਭਦਾਇਕ ਸਿੱਧ ਹੋ ਸਕਦੀ ਹੈ। ਇਸ ਦੀ ਹੱਦੋਂ ਵੱਧ ਵਰਤੋਂ ਜੇਕਰ ਅਸੀਂ ਕਰਾਂਗੇ ਤਾਂ ਉਹ ਸਾਡੇ ਲਈ ਲਾਭਕਾਰੀ ਨਹੀਂ ਹੋਏਗੀ। ਧੰਨਵਾਦ।